देखो सिंपल जी गल है, सब तो पहली चीज जो हेडिंग्स करने हैं, सब तो जरूरी चीज अपने को की आती है कि सब तो पहला आ चीज देखनी है कि अपने हाँ, अपनी स्टेटमेंट जी स्टेटमेंट लिखी है एक चीज तो नहीं लिखी, कुछ लिखी है देयर आर मोर हेडिंग्स देन पैराग्राफ्स सो यू विल नॉट यूज देम ऑल। हूँ इतने लिखा वा यू विल नॉट यूज देम ऑल, कदी कदी लिखा आंदा ना यू मे यूज वन हेडिंग मोर देन वंस। ਜਦੋਂ ਤੇ ਆ ਗਿਆ ਕਿ ਯੂ ਮੇ ਯੂਜ਼ ਵਨ ਹੈਡਿੰਗ ਮੋਰ ਦੈਨ ਵਨਸ, ਇੱਥੇ ਥੋੜਾ ਜਿਹਾ ਆਪਾਂ ਨੂੰ ਪੰਗਾ ਵਾ, ਕਿਉਂਕਿ ਫਿਰ ਆਪਾਂ ਆਨਸਰਸ ਕੱਟ ਨਹੀਂ ਸਕਦੇ। ਜ਼ਿਆਦਾਤਰ ਹੈਡਿੰਗਸ ਇਸ ਤਰ੍ਹਾਂ ਨਹੀਂ ਹੁੰਦੀਆਂ, ਜ਼ਿਆਦਾਤਰ ਹੈਡਿੰਗਸ ਹੁੰਦੀਆਂ ਯੂ ਵਿਲ ਨਾਟ ਯੂਜ਼। ਇਹਦਾ ਮਤਲਬ ਇਹ ਹੈ ਕਿ ਜੇ ਉਹਨਾਂ ਨੇ ਆਨਸਰ ਨੰਬਰ 3 ਕਰ ਦਿੱਤਾ ਵਾ ਆਲਰੇਡੀ, ਤੇ ਆਪਣਾ ਥਰਡ ਆਨਸਰ ਨਹੀਂ ਹੁੰਦਾ, ਸੋ ਆਪਾਂ ਥਰਡ ਆਨਸਰ ਨੂੰ ਪਹਿਲਾਂ ਹੀ ਕੱਟ ਲੈਣਾ। ਸਹੀ ਹੈ, ਇਹ ਆਨਸਰ ਤੇ ਹੋਣਾ ਹੀ ਨਹੀਂ, ਆਪਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਕਿਸ ਚੀਜ਼। ਸਹੀ ਹੈ, ਸਮਝ ਗਏ ਮੈਂ ਕੀ ਕਹਿਣਾ। ਹਾਂਜੀ ਸਰ। ਸੋ ਇਹ ਆਨਸਰ ਤੇ ਨਹੀਂ, ਕਿਉਂਕਿ ਪੈਰਾਗ੍ਰਾਫ ਏ ਦਾ ਆਨਸਰ ਆਲਰੇਡੀ ਦੇ ਦਿੱਤਾ। ਜੇ ਤੁਹਾਨੂੰ ਕਦੀ ਹੈਡਿੰਗਸ ਆ ਜਾਣਾ ਐਗਜ਼ਾਮ ਦੇ ਵਿੱਚ, ਤੇ ਤੁਸੀਂ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਕਰਨਾ ਵਾਹਿਗੁਰੂ ਦਾ, ਕਿਉਂਕਿ ਹੈਡਿੰਗਸ ਦੇ ਕਰਕੇ ਸਾਰੇ ਕੁਐਸਚਨ ਕਰਨੇ ਬਹੁਤ ਈਜ਼ੀ ਹੋ ਜਾਂਦੇ। ਆਪਾਂ ਕੀ ਕਰਨਾ ਵਾ, ਇੱਕ ਇੱਕ ਪੈਰਾਗ੍ਰਾਫ ਨੂੰ ਪੜ੍ਹੀ ਜਾਣਾ, ਸਾਰੇ ਪੈਰਾਗ੍ਰਾਫ ਨੂੰ ਪੜ੍ਹ ਕੇ ਆਨਸਰ ਲਗਾ ਦੇਣਾ ਵਾ, ਤੇ ਐਟ ਦੀ ਐਂਡ ਆਪਾਂ ਬਾਕੀ ਜਿਹੜੇ ਆਨਸਰ ਹੋ ਗਏ ਦੇਖਿਓ ਕਿੰਨੀ ਜਲਦੀ ਲੱਗ। ਹੁਣ ਆਪਣੇ ਕੋਲ ਆ ਗਿਆ ਪੈਰਾਗ੍ਰਾਫ ਏ। ਮੈਂ ਤੁਹਾਨੂੰ ਦੱਸਦਾ ਵਾਂ ਸਭ ਤੋਂ ਇੰਪੋਰਟੈਂਟ ਰੂਲ ਰੀਡਿੰਗ ਦਾ ਹੈ ਕਿ ਤੁਸੀਂ ਰੀਡਿੰਗ ਨੂੰ ਪੈਰਾਗ੍ਰਾਫ ਨਹੀਂ ਵੇਖਣਾ, ਤੁਸੀਂ ਰੀਡਿੰਗ ਨੂੰ ਵੇਖਣਾ ਵਾ ਸੈਂਟੈਂਸਸ। ਮੰਨ ਲਓ ਕਿ ਜੇ ਤੁਹਾਡੇ ਕੋਲ ਇੱਕ ਰੀਡਿੰਗ ਆਵੇ, ਤੇ ਜਿਵੇਂ ਆਪਾਂ ਛੋਟੇ ਹੁੰਦੇ ਆ ਕਰਦੇ ਹੁੰਦੇ ਹਾਂ ਕਿ ਨੰਬਰ 1 ਮਾਈ ਕਾਊ ਲਿਖਦੇ ਨੇ ਨਾ, ਇਟ ਹੈਜ਼ 4 ਲੈਗਸ, ਯਾਦ ਹੈ ਨਾ, ਠੀਕ ਹੈ, ਇਟ ਇਜ਼ ਬਲੈਕ ਇਨ ਕਲਰ, ਜਦੋਂ ਆਪਾਂ ਬਹੁਤ ਛੋਟੇ ਹਾਂ। ਇਸ ਤਰ੍ਹਾਂ ਕਰਕੇ 1 2 3 10 ਪੁਆਇੰਟਸ ਲਿਖਦੇ ਹੁੰਦੇ ਸੀ ਮਾਈ ਕਾਊ ਬਾਰੇ। ਜੇ ਮੰਨ ਲਓ ਤੁਹਾਨੂੰ ਰੀਡਿੰਗ ਕਿਸ ਤਰ੍ਹਾਂ ਆਵੇ, ਤੁਹਾਨੂੰ ਪੈਰਾਗ੍ਰਾਫਸ ਨਾ, ਤੁਹਾਨੂੰ ਸੈਂਟੈਂਸਸ ਆ, ਤੁਹਾਨੂੰ ਕਹਿਣ ਕਿ ਆ 5 ਸੈਂਟੈਂਸ ਪੜੋ ਤੇ ਇਹਦੇ ਚੋਂ ਦੱਸੋ ਮੈਨੂੰ ਆਨਸਰ ਕੀ ਹੈ, ਤੇ ਰੀਡਿੰਗ ਕਿੰਨੀ ਈਜ਼ੀ ਲੱਗਣ ਲੱਗ ਪਏ ਨਾ। क्या सिंपल हो जी, सिर्फ सेंटेंस पढ़ने से आंसर लगाना। ਆਪਾਂ ਉਹਨੂੰ ਸੈਂਟੈਂਸਸ ਹੀ ਬਣ ਕੇ ਛੱਡਣਾ, ਆਪਾਂ ਰੀਡਿੰਗ ਪੈਰਾਗ੍ਰਾਫਸ ਪੜ੍ਹਨੀ ਨਹੀਂ, ਆਪਾਂ ਹੀ ਕਰਨਾ ਇਹਨੂੰ ਬ੍ਰੇਕ ਡਾਊਨ ਕਰ ਦੇਣਾ। ਕਿਵੇਂ ਆ ਵੇਖੋ, ਆਪਾਂ ਜੇ ਵੇਖੀਏ ਇਹਦੇ ਵਿੱਚ ਕਿੰਨੇ ਸਾਰੇ ਸੈਂਟੈਂਸਸ, ਆਪਾਂ ਹਰ ਇੱਕ ਫੁੱਲ ਸਟਾਪ ਤੇ ਬ੍ਰੇਕ ਡਾਊਨ ਕਰ ਦੇਣਾ। ਆਫ ਕੋਰਸ ਤੁਸੀਂ ਆਪਣੀ ਐਗਜ਼ਾਮ ਦੇ ਵਿੱਚ ਜਾ ਕੇ ਇਹਨੂੰ ਇਸ ਤਰ੍ਹਾਂ ਤੋੜਨਾ ਨਹੀਂ ਆ, ਕਿਉਂਕਿ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਪਰ ਜਦੋਂ ਵੀ ਤੁਹਾਡੇ ਕੋਲ ਫੁੱਲ ਸਟਾਪ ਆਉਂਦਾ ਵਾ, ਤੁਸੀਂ ਬੇਸਿਕ ਇਸ ਤੋਂ ਇਹ ਸਮਝਣਾ, ਉੱਥੇ ਤੁਸੀਂ ਰੁਕਣਾ ਵਾ ਇੱਕ ਸੈਕਿੰਡ ਲਈ, ਤੇ ਤੁਸੀਂ ਵੇਖਣਾ ਵਾ ਕਿ ਮੈਂ ਕੀ ਪੜ੍ਹ ਕੇ ਆਇਆ। ਕਲੀਅਰ ਆ। ਤੇ ਇਸ ਪੈਰਾਗ੍ਰਾਫ 'ਚ ਜੇ ਆਪਾਂ ਵੇਖੀਏ ਤੇ ਆਪਣੇ ਕੋਲ ਕਿੰਨੇ ਸੈਂਟੈਂਸ ਆ ਜਾਂਦੇ ਆ, ਆਪਣੇ ਕੋਲ ਕਿੰਨੇ ਸੈਂਟੈਂਸ ਆ ਗਏ ਗਿਣੀਏ ਜੇ ਆਪਾਂ, ਆ ਅਲੱਗ-ਅਲੱਗ ਸੈਂਟੈਂਸਸ ਹੋ ਗਏ 1 2 3 4 5 6 7 8, 8 ਸੈਂਟੈਂਸ ਆ ਗਏ। ਆਪਾਂ ਬਸ 8 ਸੈਂਟੈਂਸ ਪੜ੍ਹਨੇ ਆ ਤੇ ਆਪਣਾ ਆਨਸਰ ਲਗਾ ਦੇਣਾ। ਕਲੀਅਰ ਆ। ਹੁਣ ਏ ਦਾ ਆਨਸਰ ਤੇ ਉਹਨਾਂ ਨੇ ਆਪਾਂ ਨੂੰ ਦਿੱਤਾ ਹੋਇਆ ਵਾ, ਸੋ ਆਪਾਂ ਨੂੰ ਏ ਦਾ ਆਨਸਰ ਤੇ ਲੱਭਣ ਦੀ ਜ਼ਰੂਰਤ ਨਹੀਂ। ਹੁਣ ਆਪਾਂ ਕਰਕੇ ਵੇਖਣਾ ਪੈਰਾਗ੍ਰਾਫ ਬੀ। ਆਪਾਂ ਉਸ ਤਰ੍ਹਾਂ ਹੀ ਸੈਂਟੈਂਸਸ ਨੂੰ ਬ੍ਰੇਕ ਡਾਊਨ ਕਰ ਲੈਣਾ ਵਾ, ਫਿਰ ਉਹੀ ਗੱਲ ਕਰਦੇ ਆਪਾਂ ਸੈਂਟੈਂਸਸ 'ਚ ਬ੍ਰੇਕ ਡਾਊਨ ਕਰਾਂਗੇ ਰੀਡਿੰਗ ਨੂੰ, ਆਪਾਂ ਪੈਰਾਗ੍ਰਾਫ ਨਹੀਂ ਪੜ੍ਹਦੇ, ਵੀ ਰਿਫਿਊਜ਼ ਟੂ ਰੀਡ ਪੈਰਾਗ੍ਰਾਫs, ਪੈਰਾਗ੍ਰਾਫ ਪੜ੍ਹਨੀ ਨਹੀਂ। break it down into sentences, that way we can understand what is being told to us। ਇੱਕ ਜ਼ਿਆਦਾ ਕਲੈਰਿਟੀ ਮਿਲ ਜਾਂਦੀ ਆਪਾਂ ਨੂੰ ਬੇਸਿਕਲੀ ਜਦੋਂ ਆਪਾਂ ਸੈਂਟੈਂਸਸ ਬ੍ਰੇਕ ਡਾਊਨ ਕਰਦੇ ਹਾਂ। ਹੁਣ ਦੱਸੋ ਕਿੰਨੇ ਸੈਂਟੈਂਸਸ ਆ ਗਏ ਆਪਣੇ ਕੋਲ। 6। हाँ, तो एक सेकंड सर, सो ਹੁਣ ਕਾਊਂਟ ਕਰਦੇ हैं कितने 1 2 3 4 5 6 7 7 सेंटेंसेस आ गए। फिर वही चीज करनी है, पहला सेंटेंस पढ़ते हैं the speed at which wildfire spread depends on fuel around them। सॉरी ज्यादा सेंटेंसेस ਕਹਿੰਦੇ ਇਹ ਫਿਊਲ ਤੇ ਡਿਪੈਂਡ ਕਰਦਾ ਵਾ, ਜਿਹੜੀ ਸਪੀਡ ਨਾਲ ਵਾਈਲਡਫਾਇਰ ਸਪਰੈਡ ਹੁੰਦੀ ਹੈ ਇਹ ਫਿਊਲ ਤੇ ਡਿਪੈਂਡ ਕਰਦਾ। ਓਕੇ ਮੰਨ ਲੈਂਦੇ, ਫਿਊਲ ਇਜ਼ ਐਨੀ ਲਿਵਿੰਗ ਔਰ ਡੈਡ ਮਟੀਰੀਅਲ ਦੈਟ ਵਿਲ ਬਰਨ। ਜਿਹੜੀ ਵੀ ਚੀਜ਼ ਬਰਨ ਕਰੂਗੀ ਸੜੂਗੀ ਉਹ ਫਿਊਲ ਹੁੰਦੀ ਹੈ, ਭਾਵੇਂ ਜਿੰਦਾ ਹੋਵੇ ਤੇ ਭਾਵੇਂ ਡੈਡ ਹੋਵੇ। ਠੀਕ ਹੈ, ਜਿਹੜੀ ਚੀਜ਼ ਬਰਨ ਕਰੂਗੀ ਉਹਨੂੰ ਫਿਊਲ ਕਹਿੰਦੇ। ਫਿਊਲ ਦੇ ਵਿੱਚ ਕਿਹੜੀ ਕਿਹੜੀ ਚੀਜ਼ ਆਉਂਦੀ ਆ, ਪੇੜ ਵੀ ਫਿਊਲ ਆ, ਠੀਕ ਆ, ਅੰਡਰਬ੍ਰਸ਼ ਫਿਊਲ ਆ, ਗ੍ਰਾਸਲੈਂਡ ਫਿਊਲ ਆ, ਤੇ ਘਰ ਵੀ ਫਿਊਲ ਆ, ਪੇੜ ਹਾਊਸ ਮਤਲਬ ਸਾਰੀ ਚੀਜ਼ਾਂ ਫਿਊਲ ਆ। ਓਕੇ, ਦ ਕੁਆਂਟੀਟੀ, ਹੁਣ ਥੋੜਾ ਲੰਬਾ ਸੈਂਟੈਂਸ ਆ ਗਿਆ, ਹੁਣ ਧਿਆਨ ਨਾਲ ਪੜਨਾ ਪੈਣਾ। the quantity of inflammable material around the fire is known as the fuel load। ਕਹਿੰਦੇ ਜਿੰਨਾ ਵੀ ਇਨਫਲੇਮੇਬਲ ਮਟੀਰੀਅਲ ਜਿਹੜਾ ਉਹਦੇ ਅਰਾਊਂਡ ਹੁੰਦਾ ਵਾ ਉਹਨੂੰ ਆਪਾਂ ਕਹਿੰਦੇ ਆ ਫਿਊਲ ਲੋਡ, ਐਂਡ ਇਟ ਇਜ਼ ਡਿਟਰਮਿਨਡ ਬਾਈ ਦਾ ਅਵੇਲੇਬਲ ਫਿਊਲ ਪਰ ਯੂਨਿਟ ਯੂਜਲੀ ਟਨਸ ਪਰ ਏਕੜ। ਠੀਕ ਆ, ਸੋ ਇੱਥੇ ਕੁਝ ਮੈਜਰਮੈਂਟ ਵਗੈਰਾ ਕੀਤਾ ਵਾ, ਕਿਤੇ ਉਹਨਾਂ ਨੇ ਫਿਊਲ ਲੋਡ ਦੀ ਡੈਫੀਨੇਸ਼ਨ ਦਿੱਤੀ ਆ ਕਿ ਆਹ ਵਾਲੀ ਚੀਜ਼ ਨੂੰ ਫਿਊਲ ਲੋਡ ਕਿਹਾ ਜਾਂਦਾ ਵਾ, ਤੇ ਇਹਨੂੰ ਟਨ ਏਕੜ ਦੇ ਕਰਕੇ ਮੇਜਰ ਕੀਤਾ ਜਾਂਦਾ। ਡੈਫੀਨੇਸ਼ਨ ਦਿੱਤੀ ਆ, ਹਾਊ ਡਰਾਈ ਦਾ ਫਿਊਲ ਇਜ਼ ਕੈਨ ਆਲਸੋ ਇਨਫਲੂਐਂਸ ਫਾਇਰਸ। ਫਿਊਲ ਕਿੰਨਾ ਡਰਾਈ ਵਾ ਇਹਦੇ ਨਾਲ ਵੀ ਫਾਇਰ ਇਨਫਲੂਐਂਸ ਹੁੰਦੀ। when the fuel is very dry it burns much quickly and forms fires that are much harder to control। dry fuel ਜਿਹੜਾ ਵਾ ਉਹਦੇ ਨਾਲ ਜਿਹੜੀ ਫਾਇਰ ਬਣੂਗੀ ਉਹਨੂੰ ਕੰਟਰੋਲ ਕਰਨਾ ਹਾਰਡ ਹੋਊਗਾ, ਕਿਉਂਕਿ ਫਾਇਰ ਛੇਤੀ ਵੱਜਦੀ। basic fuel characteristics affecting a fire size and shape, arrangement, moisture, but with wildfires
where fuel usually consists of same type of phase, the main factor influencing ignition time is the ratio of fuel total surface area. Okay, तो देखो ध्यान दो, थोड़ा लंबा सेंटेंस आ ਗਿਆ ਨਾ, ਜਦੋਂ ਆਪਣੇ ਕੋਲ ਲੰਬਾ ਸੈਂਟੈਂਸ ਆ ਜੇ ਜ਼ਿਆਦਾ ਤੇ ਕਨਫਿਊਜ਼ਨ ਹੋਣ ਲੱਗ ਪਈ। ਕੀ ਕਰੀਦਾ ਵਾ, ਆਪਾਂ ਇੱਕ ਕਨੈਕਟਰ ਤੇ ਰੁਕ ਜੀਦਾ, ਜਿਵੇਂ ਇੱਥੇ ਕਨੈਕਟਰ ਆ ਗਿਆ ਬਟ, ਆਪਾਂ ਇਹਨੂੰ ਅੱਗੇ ਹੀ ਦੋ ਸੈਂਟੈਂਸਸ ਤੋੜ ਦੇਣਾ। ਕਿਵੇਂ? ਆਪਾਂ ਕਹਿਣਾ ਵਾ ਬੇਸਿਕ ਫਿਊਲ ਕੈਰੈਕਟਰਿਸਟਿਕਸ ਅਫੈਕਟਿੰਗ ਅ ਫਾਇਰ ਆਰ ਸਾਈਜ਼ ਸ਼ੇਪ ਵਗੈਰਾ, ਕਿ ਵੈਸੇ ਜਿਹੜਾ ਨਾਰਮਲ ਫਿਊਲ ਵਾ, ਠੀਕ ਹੈ ਬਈ, ਮੇਰੀ ਆਵਾਜ਼ ਨਹੀਂ ਆ ਰਹੀ क्लास ਚ? आ रही है सर। आ रही है? दिलप्रीत जी प्लीज एक बार दोबारा ज्वाइन करके देखियो, या इंटरनेट कनेक्ट चेक करो अपना। सो बेसिकली फ्यूल ਜਿਹੜਾ ਸਾਈਜ਼ ਵਗੈਰਾ, ਫਾਇਰ ਦਾ ਸਾਈਜ਼, ਫਾਇਰ ਦੀ ਸ਼ੇਪ, ਇਹਨਾਂ ਨੂੰ ਜਿਹੜਾ ਵਾ ਅਫੈਕਟ ਕਰਦਾ। ਫਾਇਰ ਦਾ ਸਾਈਜ਼ ਕੀ ਹੋਊਗਾ, ਫਾਇਰ ਦੀ ਸ਼ੇਪ ਕੀ ਹੋਊਗੀ, ਬੇਸਿਕ ਫਿਊਲ ਇਹਨੂੰ ਅਫੈਕਟ ਕਰਦਾ। ਪਰ ਵਾਈਲਡ ਫਾਇਰ ਦੇ ਵਿੱਚ ਉਹਨੇ ਕਿਹਾ ਵਾ ਕਿ ਜਿਹੜਾ ਫਿਊਲ ਵਾ, ਕਿੱਥੇ ਗਿਆ, ਸੌਰੀ, ਵਾਈਲਡ ਫਾਇਰ ਦੇ ਕੇਸ ਦੇ ਵਿੱਚ ਵੇਅਰ ਦਾ ਫਿਊਲ ਯੂਜੂਅਲੀ ਕੰਸਿਸਟ ਆਫ, ਤੁਹਾਨੂੰ ਇੱਕ ਚੀਜ਼ ਹੋਰ ਸਿਖਾਉਣਾ ਮੈਂ, ਜਦੋਂ ਤੁਹਾਨੂੰ ਕਦੀ ਬਹੁਤ ਲੰਬਾ ਸੈਂਟੈਂਸ ਆ ਜੇ ਤੇ ਤੁਹਾਨੂੰ ਪ੍ਰੋਬਲਮ ਆਵੇ ਨਾ ਪੜਨ ਦੇ ਲਈ, ਤੇ ਤੁਸੀਂ ਵੇਖਣਾ ਵਾ ਕਿ ਮੇਰੇ ਦੋ ਕੌਮਾਸ ਕਿੱਥੇ ਪਏ, ਜਿਵੇਂ ਆ ਵੇਖੋ ਇੱਥੇ ਇੱਕ ਕੌਮਾ ਪਿਆ ਵਾ ਤੇ ਇੱਥੇ ਇੱਕ ਕੌਮਾ ਪਿਆ ਵਾ, ਤੁਸੀਂ ਨਾ ਦੋ ਕੌਮਾਸ ਦੇ ਵਿਚਕਾਰ ਵਾਲੀ ਚੀਜ਼ ਨੂੰ ਪੜਨਾ ਬੰਦ ਕਰ ਦਿਓ। ਮਤਲਬ ਪੜਨਾ ਵਾ ਪਰ ਇਕੱਠਾ ਨਹੀਂ ਪੜਨਾ, ਇਹਨੂੰ ਬਾਅਦ ਚ ਆਪਾਂ ਅਲੱਗ ਪੜ ਲਾਂਗੇ, ਪਰ ਹੱਲੇ ਨਹੀਂ ਪੜਨਾ, ਠੀਕ ਆ। ਵਾਈਲਡ ਫਾਇਰ, ਵਿਦ ਵਾਈਲਡ ਫਾਇਰ the main factor influencing ignition time is the ratio of fuel total surface area to its volume, ਠੀਕ ਆ। ਕਹਿੰਦੇ ਮੇਨ ਜਿਹੜਾ ਵਾਈਲਡ ਫਾਇਰ ਚ ਇਗਨੀਸ਼ਨ ਟਾਈਮ ਕਰਦਾ ਵਾ ਨਾ, ਉਹ ਵਾ ਉਹਦੀ ਵੋਲਿਊਮ ਟੂ ਰੇਸ਼ੀਓ, ਕੁਛ ਇਹੋ ਜਿਹਾ ਉਹਨਾਂ ਨੇ ਲਿਖਿਆ ਵਾ, ਕਸਮ ਵਾਲੀ ਗੱਲ ਆ ਮੈਨੂੰ ਵੀ ਪ੍ਰੋਪਰ ਸਮਝ ਨਹੀਂ ਆਈ, ਠੀਕ ਆ। ਉਹਦੀ ਰੇਸ਼ੀਓ ਟੂ ਵੋਲਿਊਮ ਸਰਫੇਸ ਏਰੀਆ ਕੁਛ ਇਹੋ ਜਿਹਾ ਲਿਖਿਆ, ਠੀਕ ਆ, ਸਮਥਿੰਗ ਲਾਈਕ ਦਿਸ। ਮਤਲਬ ਵਾਈਲਡ ਫਾਇਰ ਤੇ ਕਿਹੜੀ ਚੀਜ਼ ਦਾ ਇਨਫਲੂਐਂਸ ਹੁੰਦਾ, ਇਹ because the surface area of a twig is not much bigger than its volume, it ignites rapidly। twig ਹੁੰਦੀ ਹੈ ਛੋਟੀ ਟਾਹਣੀ, ਕਹਿੰਦੇ ਕਿਉਂਕਿ twig ਦਾ surface area ਜਿਹੜਾ ਵਾ, ਹੁਣ ਐਕਸਪਲੇਨ ਕਰ ਦਿੱਤਾ, ਉਹ ਛੋਟਾ ਹੁੰਦਾ ਵਾ, ਉਹ ਛੇਤੀ ਬਲਦਾ। however a tree's surface area is smaller than its volume, so it requires more time to heat up। ਪਰ ਜਿਹੜਾ tree ਵਾ ਉਹਦਾ surface area ਘੱਟ ਵਾ ਪਰ ਵੋਲਿਊਮ ਜ਼ਿਆਦਾ ਵਾ, ਉਹਨੂੰ ਜ਼ਿਆਦਾ ਟਾਈਮ ਲੱਗਦਾ। ਬੇਸਿਕਲੀ ਉਹਨੇ ਕਿਹਾ ਵਾ ਕਿ twig ਜਿਹੜਾ ਵਾ ਉਹ ਛੇਤੀ ਬਰਨ ਕਰੂਗਾ ਤੇ tree ਜਿਹੜਾ ਵਾ ਉਹ ਸਲੋ ਬਰਨ ਕਰੂਗਾ। ਕਾਫੀ ਲੰਬਾ ਹੋ ਗਿਆ, ਪੜ੍ਹ ਕੇ ਵੇਖਦੇ, ਕੋਈ ਗੱਲ ਨਹੀਂ। ਜੇ ਇੱਕ ਸੈਂਟੈਂਸ ਆਪਣੇ ਕੋਲ ਪੈਰਾਗ੍ਰਾਫ ਲੰਬੇ ਆਉਂਦੇ ਪਏ ਨਾ, ਕੋਈ ਨਾ ਕੋਈ ਪੈਰਾਗ੍ਰਾਫ ਡੀ ਵਰਗਾ ਛੋਟਾ ਵੀ ਆਊਗਾ, तो ਟੈਨਸ਼ਨ ਲੈਣੀ ਹੈ ਹੀ ਈ ਤੱਕ ਆ, ਆਪਾਂ ਤਾਂ ਈਜ਼ੀ ਚੱਲਦੇ ਪਏ, ਟੈਨਸ਼ਨ ਹੀ ਕੋਈ ਨਹੀਂ ਪਾਉਣੀ। ਵੇਖੋ ਹੁਣ ਆਪਾਂ ਪੜ੍ਹਦੇ ਹਾਂ, ਕਹਿੰਦੇ ਫਿਊਲ ਜਿਹੜਾ ਵਾ ਉਹ ਡਿਪੈਂਡ ਕਰਦਾ ਕਿ ਫਾਇਰ ਕਿੰਨੀ ਛੇਤੀ ਸਪਰੈਡ ਕਰਦੀ। ਕੋਈ ਵੀ ਚੀਜ਼ ਜਿਹੜੀ ਸੜੂਗੀ ਉਹ ਫਿਊਲ ਹੁੰਦੀ ਆ, ਪੇੜ ਘਰ ਸਭ ਫਿਊਲ ਵਾ। ਫਿਊਲ ਲੋਡ ਹੁੰਦਾ ਵਾ ਤੇ ਉਹਨੂੰ ਟਨ ਏਕੜ ਚ ਮੇਜਰ ਕੀਤਾ ਜਾਂਦਾ ਵਾ। ਜਿੰਨੀ ਡਰਾਈ ਫਿਊਲ ਹੋਊਗਾ ਉਨਾ ਔਖਾ ਹੋਊਗਾ ਫਾਇਰ ਨੂੰ ਕੰਟਰੋਲ ਕਰਨਾ। ਫਿਊਲ ਦੇ ਕਰਕੇ ਸਾਈਜ਼ ਤੇ ਸ਼ੇਪ ਮੈਟਰ ਕਰਦਾ ਵਾ। ਇਗਨੀਸ਼ਨ ਵਗੈਰਾ, ਵੋਲਿਊਮ, ਸਰਫੇਸ, ਕੁਝ ਉਹਨਾਂ ਨੇ ਬੋਲਿਆ ਸੀ। ਟਵਿਗ ਛੇਤੀ ਸੜੂਗਾ ਤੇ ਟਰੀ ਸਲੋ ਸੜੂਗਾ। ਬੇਸਿਕਲੀ ਉਹਨਾਂ ਨੇ ਫਿਊਲ ਦੀ ਗੱਲ ਕੀਤੀ ਇਹਦੇ ਸਾਰੇ ਪੈਰਾਗ੍ਰਾਫ ਚ। ਆਪਾਂ ਵੇਖਣਾ ਵਾ ਆਪਣਾ ਆਨਸਰ ਕੀ ਹੋ ਸਕਦਾ। ਦੇਖੋ ਪਹਿਲਾਂ ਦੇਖੋ, ਸਹੀ ਸਹੀ ਆਨਸਰ ਨਹੀਂ ਲੱਭਣਾ, ਆਪਾਂ ਗਲਤ। ਕਲਾਈਮੇਟ ਕੰਡੀਸ਼ਨ ਦੀ ਗੱਲ ਕੀਤੀ ਉਹਨਾਂ ਨੇ? नहीं सर, ਨਹੀਂ ਗੱਲ ਕੀਤੀ, ਠੀਕ ਆ। ਵੇਖੋ ਸੋਲੂਸ਼ਨ ਫਰੋਮ ਦੀ 에ਅਰ, ਸੋਲੂਸ਼ਨ ਦੀ ਤੇ ਗੱਲ ਹੀ ਨਹੀਂ ਕੀਤੀ। ਥਰਡ ਤੇ ਆਪਣਾ ਵੈਸੇ ਹੀ ਹੋ ਗਿਆ। ਬੈਟਲਿੰਗ ਦ ਬਲੇਜ਼, ਬਲੇਜ਼ ਨੂੰ ਲੜਨਾ, ਅੱਗ ਨੂੰ ਲੜਨਾ, ਗੱਲ ਕੀਤੀ ਹੈ। नहीं सर, ਲਾਈ ਆਫ ਦ ਲੈਂਡ, ਲੈਂਡ ਦਾ ਝੂਠ। नहीं सर, ਰੇਨ ਦੀ ਗੱਲ ਕੀਤੀ ਹੈ। नहीं सर, कीती है ਫਿਊਲਿੰਗ, ਰੇਨ ਦੀ ਗੱਲ ਕੀਤੀ ਉਹਨਾਂ ਨੇ? रेन होई, मतलब कि जिन्ना जिन्ना रेन ਦੀ ਗੱਲ ਨਹੀਂ ਕੀਤੀ ਹਜੇ। ਨਹੀਂ ਕੀਤੀ ਨਾ। ਫਿਊਲਿੰਗ ਦ ਫਲੇਮਸ ਨਹੀਂ ਹੋ ਸਕਦਾ। ਆਨਸਰ 7 ਹੋ ਸਕਦਾ ਵਾ। ਲਾਸਟ ਵੀ ਪੜ੍ਹ ਲੈ, ਫਾਇਰਸ ਐਂਡ ਟਰੀਜ਼। ਹੁਣ ਟਰੀਜ਼ ਦੀ ਗੱਲ ਵੀ ਕੀਤੀ ਹੈ। ਆਪਾਂ ਹੁਣ ਦੇਖਦੇ ਹਾਂ ਕਿ ਦੋਨਾਂ ਚ 7 ਤੇ 8 ਚ ਜ਼ਿਆਦਾ ਰੈਲੇਵੈਂਟ ਕਿਹੜਾ ਵਾ। ਜ਼ਿਆਦਾ ਗੱਲ ਫਿਊਲ ਦੀ ਕੀਤੀ ਕਿ ਜ਼ਿਆਦਾ ਗੱਲ ਪੇੜਾਂ ਦੀ ਕੀਤੀ ਉਹਨਾਂ ਨੇ? ਫਿਊਲ ਦੀ, ਫਿਊਲ ਦੀ ਗੱਲ ਜ਼ਿਆਦਾ ਕੀਤੀ ਨਾ ਉਹਨਾਂ ਨੇ। ਤੇ ਆਪਣੇ ਬੀ ਪੈਰਾਗ੍ਰਾਫ ਦਾ ਆਨਸਰ ਕੀ ਹੋਊਗਾ? ਇਹਦਾ ਆਨਸਰ ਹੋਊਗਾ 7। ਜਦੋਂ ਆਪਣੇ ਕੋਲ ਇੱਕ ਆਨਸਰ ਲੱਭ ਗਿਆ, ਆਪਾਂ ਨਾਲੇ ਕੀ ਕਰਨਾ ਵਾ, ਨਾਲੇ ਆਪਾਂ ਇਹਨੂੰ ਹਟਾ ਦੇਣਾ। ਸਹੀ ਹੈ, ਕਲੀਅਰ ਹੈ ਨਾ? ਸਰ 8th ਹਟਾ ਦੋ ਤੁਸੀਂ, 7th ਉਹ ਸੌਰੀ, ਆਈ ਐਮ ਸੋ ਸੌਰੀ, 7th ਨੂੰ ਹਟਾ ਦੇਣਾ ਆਪਾਂ ਨਾਲੇ, ਠੀਕ ਹੈ। ਹੁਣ ਇਹ ਆਨਸਰ ਨਹੀਂ ਹੈ। ਇਸ ਤਰ੍ਹਾਂ ਕਰਨੇ ਇੰਨੇ ਈਜ਼ੀ ਹੁੰਦੇ ਆ, ਤੁਸੀਂ ਸਮਝ ਨਹੀਂ ਸਕਦੇ। ਵੇਖੋ ਅੱਗੇ ਜਾ ਕੇ ਜਦੋਂ ਆਪਾਂ ਆਨਸਰ ਲੱਭਾਂਗੇ ਨਾ, ਤੁਸੀਂ ਕਹਿਣਾ ਲੈ ਸਰ ਇਹ ਤੇ ਰੀਡਿੰਗ ਰਹਿ ਨਹੀਂ, ਇਹ ਤੇ ਸੌਖੀ ਬਹੁਤ ਹੋ ਗਈ। ਵੇਖੋ 3 ਵੈਦਰ ਵੇਰੀਏਬਲਸ, ਵੈਸੇ ਤਾਂ ਪਹਿਲੀ ਲਾਈਨ 'ਚ ਆਨਸਰ ਆਉਣ ਦੇ ਚਾਂਸਸ ਆਪਾਂ ਨੂੰ ਨਜ਼ਰ ਆ ਰਹੇ ਆ। 3 ਵੈਦਰ ਵੇਰੀਏਬਲਸ, ਪਰ ਇਹ ਨਾ ਟ੍ਰਿਕ ਹੁੰਦੀ ਜੇ, ਕਦੀ ਕਦੀ ਅੱਗੇ ਜਾ ਕੇ ਆਨਸਰ ਬਦਲ ਦਿੰਦੇ ਆ, ਠੀਕ ਆ। ਆਪਾਂ ਇੱਕ ਵਾਰ ਪੜ੍ਹ ਲੈਂਦੇ ਆ, ਕਿਉਂਕਿ ਬਾਅਦ ਵਿੱਚ ਵੀ ਆਪਾਂ ਦੁਬਾਰਾ ਪੜ੍ਹਨਾ ਤੇ ਪੈਣਾ ਹੀ, ਠੀਕ ਆ। ਸੋ ਹੁਣੇ ਪੜ੍ਹ ਲੈਂਦੇ ਆ, ਕੋਈ ਪ੍ਰੋਬਲਮ ਨਹੀਂ ਆਪਾਂ, ਠੀਕ ਆ। ਵੈਦਰ ਵੇਰੀਏਬਲ ਵਾਲਾ ਕਲਾਈਮੇਟ ਹੋ ਸਕਦਾ ਨਾ ਆਨਸਰ। ਹਾਂਜੀ ਸਰ, ਜੋ ਸਭ ਤੋਂ ਪਹਿਲਾਂ ਹੁੰਦੀ ਹੈ। ਹਾਂ, ਸੋ ਇਹ ਪਰ ਫਿਰ ਵੀ ਪੜ੍ਹ ਲੈਣਾ ਥੋੜਾ ਜਿਹਾ ਵਧੀਆ ਹੁੰਦਾ ਜੀ, ਠੀਕ ਆ। ਵੇਖਦੇ
ਸੋ ਇਹਨੂੰ ਪੜ੍ਹ ਲੈਂਦੇ ਆਪਾਂ ਪਹਿਲਾਂ। ਉਹ ਕਹਿੰਦੇ 3 ਵੈਦਰ ਵੇਰੀਏਬਲਸ ਅਫੈਕਟ ਟੈਂਪਰੇਚਰ ਵਿੰਡ ਮੋਇਸਚਰ। ਕਹਿੰਦੇ 3 ਵੇਰੀਏਬਲ ਹੁੰਦੇ ਆ, ਕਿਹੜੇ ਕਿਹੜੇ ਆ? ਟੈਂਪਰੇਚਰ, ਵਿੰਡ ਤੇ ਮੋਇਸਚਰ। 3 ਵੇਰੀਏਬਲ ਆ ਜਿਹੜੇ ਅਫੈਕਟ ਕਰਦੇ। ਟੈਂਪਰੇਚਰ ਡਾਇਰੈਕਟਲੀ ਇਨਫਲੂਐਂਸਸ ਸਪਾਰਕਿੰਗ ਦਾ ਫਾਇਰ। ਹੀਟ ਇਜ਼ ਵਨ ਆਫ ਦ 3 ਪਿਲਰਸ ਆਫ ਦ ਫਾਇਰ ਟ੍ਰੇਨ। ਕਹਿੰਦੇ ਟੈਂਪਰੇਚਰ ਜਿਹੜਾ ਵਾ ਉਹ ਸਿੱਧਾ ਸਪਾਰਕ ਕਰਦਾ ਵਾ ਫਾਇਰ ਨੂੰ, ਅੱਗ ਲਗਾਉਂਦਾ ਵਾ। ਕਲੀਅਰ ਆ? sticks, trees, underbrush and ground receive heat from sun which heats and dries these potential fuels। ਕਹਿੰਦੇ ਇਹ ਜਿਹੜੇ ਫਿਊਲਸ ਵਾ ਇਹ ਡਰਾਈ ਹੋ ਜਾਂਦੇ ਆ, ਮਤਲਬ ਬੇਸਿਕਲੀ ਫਿਊਲ। ਹਾਇਰ ਟੈਂਪਰੇਚਰ ਅਲਾਉਜ਼ ਫਿਊਲਸ ਟੂ ਇਗਨਾਈਟ ਐਂਡ ਬਰਨ ਮੋਰ ਕੁਇਕਲੀ ਐਂਡ ਐਡ ਟੂ ਦ ਸਪੀਡ ਆਫ ਫਾਇਰ। ਜੇ ਟੈਂਪਰੇਚਰ ਹਾਈ ਟੈਂਪਰੇਚਰ ਹੋਊਗਾ ਤੇ ਸਪੀਡ ਵੀ ਤੇਜ਼ ਹੋਊਗੀ ਫਾਇਰ ਦੀ, ਮਤਲਬ ਛੇਤੀ ਹੋ ਜਾਊਗੀ। ਠੀਕ ਆ? ਇਸ ਕਰਕੇ ਵਾਈਲਡ ਫਾਇਰ ਜਿਹੜੀਆਂ ਆਫਟਰਨੂਨ ਚੋਂ ਕਹਿੰਦੇ ਜ਼ਿਆਦਾ ਆਉਂਦੀਆਂ। ਮੈਨੂੰ ਲੱਗਦਾ ਉਹਨਾਂ ਨੇ 3 ਚੀਜ਼ਾਂ ਬੋਲੀਆਂ ਨਾ, ਟੈਂਪਰੇਚਰ, ਵਿੰਡ ਤੇ ਮੋਇਸਚਰ। ਉਹ ਕੀ ਕਰੂਗੇ? 3 ਪੈਰਾਗ੍ਰਾਫ ਇਹਨਾਂ ਨੇ ਬਣਾਏ। ਪਹਿਲਾ ਪੈਰਾਗ੍ਰਾਫ ਹੋ ਗਿਆ ਟੈਂਪਰੇਚਰ ਦਾ, ਦੂਸਰਾ ਪੈਰਾਗ੍ਰਾਫ ਹੋ ਜਾਊਗਾ ਵਿੰਡ ਦਾ। ਜਿਹੜਾ ਸਰ ਕਨਸੀਡੈਂਟਲੀ ਹੈ ਤਾਂ ਇਹਦਾ ਮਤਲਬ ਕੀ ਹੁੰਦਾ? ਕਨਸੀਕੁਐਂਟਲੀ ਦਾ ਮਤਲਬ ਹੁੰਦਾ ਸਰ ਐਜ਼ ਅ ਰਿਜ਼ਲਟ ਹੁੰਦਾ ਵਾ, ਪਰ ਬੁਰੇ ਰਿਜ਼ਲਟ ਲਈ ਕਨਸੀਕੁਐਂਸ ਬੋਲਿਆ ਜਾਂਦਾ, ਮਾੜਾ। ਸੋ ਵੇਖੋ ਉਹਨਾਂ ਨੇ ਕਿੰਨੇ ਸੋਹਣੇ ਤਰੀਕੇ ਨਾਲ ਇਸ ਨੂੰ ਲਿਖਿਆ ਵਾ। ਪਹਿਲਾਂ ਤੇ ਤਾਰੀਫ ਕਰਨੀ ਚਾਹੀਦੀ, ਆਪਾਂ ਤਾੜੀਆਂ ਮਾਰਨੀ ਚਾਹੀਦੀ ਇਹਨਾਂ ਦੇ। ਉਹਨਾਂ ਨੇ ਕਿਹਾ 3 ਫੈਕਟਰਸ ਹੈਗੇ ਆ ਤੇ ਤਿੰਨਾਂ ਫੈਕਟਰਸ ਦੇ ਲਈ ਉਹਨਾਂ ਨੇ ਅਲੱਗ-ਅਲੱਗ ਪੈਰਾਗ੍ਰਾਫ ਬਣਾਏ। ਦੈਟ ਇਜ਼ ਸੱਚ ਅ ਬਿਊਟੀਫੁਲ ਵੇ ਆਫ ਰਾਈਟਿੰਗ। ਸਹੀ ਹੈ ਨਾ? ਪਹਿਲੇ ਚ ਉਹਨਾਂ ਨੇ ਐਕਸਪਲੇਨ ਕਰਤਾ ਆਪਣਾ ਟੈਂਪਰੇਚਰ, ਫਿਰ ਵਿੰਡ ਆ ਗਿਆ। ਵਿੰਡ ਵੇਖੀ, ਦ ਬਿਗੇਸਟ ਇਨਫਲੂਐਂਸ ਔਨ ਵਾਈਲਡ ਫਾਇਰ ਇਜ਼ ਦ ਵਿੰਡ ਐਂਡ ਆਲਸੋ ਅਨਪ੍ਰੈਡਿਕਟੇਬਲ। ਕਹਿੰਦੇ ਵਿੰਡ ਜਿਹੜੀ ਆ, ਠੀਕ ਆ, ਵਿੰਡ ਜਿਹੜੀ ਆ ਇਹ ਸਭ ਤੋਂ ਬਿਗੇਸਟ ਫੈਕਟਰ ਵੀ ਆ ਤੇ ਇਹ ਅਨਪ੍ਰੈਡਿਕਟੇਬਲ ਫੈਕਟਰ ਵੀ ਆ, ਮਤਲਬ ਇਹਨੂੰ ਪ੍ਰਿਡਿਕਟ ਨਹੀਂ ਕਰ ਸਕਦੇ ਕਿ ਹੁਣ ਕੀ ਹੋਊਗਾ ਇਹਦਾ ਹਿਸਾਬ। ਸਹੀ ਆ ਨਾ? ਦੇਖੋ, ਵਿੰਡ ਪ੍ਰੋਵਾਈਡ ਫਾਇਰਸ ਵਿਦ ਐਕਸਟਰਾ ਆਕਸੀਜਨ। ਇਹਦੇ ਕਰਕੇ ਕੀ ਮਿਲਦੀ ਆ? ਫਾਇਰਸ ਨੂੰ ਮਿਲਦੀ ਆ ਐਕਸਟਰਾ ਆਕਸੀਜਨ O2, ਜ਼ਿਆਦਾ ਡਰਾਈ ਫਿਊਲ ਤੇ ਫਾਇਰ ਹੋਰ ਤੇਜ਼ ਹੋ ਜਾਂਦੀ ਹੈ। ਇਹਦੇ ਕਰਕੇ ਡਰਾਈ ਹੋ ਜਾਂਦਾ ਫਿਊਲ ਤੇ ਫਾਇਰ ਦੀ ਸਪੀਡ ਹੋਰ ਵੱਧ ਜਾਂਦੀ। ਕਲੀਅਰ ਆ? ਫਾਇਰਸ ਆਲਸੋ ਕ੍ਰੀਏਟ ਵਿੰਡਸ ਆਫ देयर ਓਨ that can be up to 10 times faster than ambient। ਫਾਇਰ ਜਿਹੜੀ ਆ ਉਹ ਆਪਣੀ ਨਹੀਂ, ਫਾਇਰ ਦੀ ਆਪਣੀ ਪਰਸਨਲ ਵਿੰਡ ਹੁੰਦੀ। ਫਾਇਰ ਦੀ ਟੌਰ ਆ ਭਰਾਵਾ, ਮੈਂ ਕਹਾਂ ਤੇ ਵਿੰਡ ਕੈਨ ਈਵਨ ਸਪਰੈਡ ਐਂਬਰਸ। ਵਿੰਡ ਜਿਹੜੀ ਆ ਉਹ ਐਂਬਰਸ ਨੂੰ ਸਪਰੈਡ ਕਰ ਦਿੰਦੀ, ਮਤਲਬ ਦੂਰ ਦੂਰ ਤੱਕ ਫਾਇਰ ਨੂੰ ਪਹੁੰਚਾ ਦਿੰਦੀ। ਵਿੰਡ ਆਲਸੋ ਚੇਂਜਸ ਕੋਰਸਸ ਆਫ ਫਾਇਰ, ਮਤਲਬ ਉਹਦਾ ਰਸਤਾ ਵੀ ਮੋੜ ਦਿੰਦੀ ਹੈ ਬੇਸਿਕ। ਕਲੀਅਰ ਆ? ਅੱਗੇ ਵੇਖੀ, ਇੱਥੇ ਕੁਝ ਵਰਡ ਲਿਖਿਆ ਜੇ, ਆਪਾਂ ਪੜਿਆ ਨਹੀਂ ਨੂੰ, ਕਰਾਊਨ ਆਫ ਫਾਇਰ। ਠੀਕ ਆ? ਕਹਿੰਦੇ ਵਿੰਡ ਜਿਹੜੀ ਆ ਪੇੜਾਂ ਤੱਕ, ਮਤਲਬ ਗਸਟ ਕੈਨ ਟੇਕ ਫਲੇਮਸ ਇਨਟੂ ਟਰੀਜ਼, ਪੇੜਾਂ 'ਚ ਪੇੜ ਪਹੁੰਚ ਜਾਂਦੀ ਹੈ ਤੇ ਜਿਹਨੂੰ ਕਰਾਊਨ ਆਫ ਫਾਇਰ ਕਹਿੰਦੇ। ਤੇ ਲਾਸਟ ਹਿਊਮਿਡਿਟੀ ਆ। ਹਿਊਮਿਡਿਟੀ ਜਿਹੜੀ ਆ ਮੋਇਸਚਰ ਪ੍ਰੋਵਾਈਡ ਕਰਦੀ ਆ, ਠੀਕ ਆ, ਜੋ ਕਿ ਫਾਇਰ ਨੂੰ ਸਲੋ ਡਾਊਨ ਕਰ ਦਿੰਦੀ ਆ, ਉਹਨਾਂ ਦੀ ਇੰਟੈਂਸਿਟੀ ਘਟਾ ਦਿੰਦੀ ਆ ਤੇ ਫਿਊਲ ਨੂੰ ਇਗਲਾਈਟ ਕਰਨਾ ਵੀ ਮੁਸ਼ਕਿਲ ਹੈ। ਹਾਇਰ ਲੈਵਲ ਆਫ ਹਿਊਮਿਡਿਟੀ ਮੀਨਸ ਫਿਊਅਰ ਵਾਈਲਡ ਫਾਇਰ, ਮਤਲਬ ਹਿਊਮਿਡਿਟੀ ਜਿਹੜੀ ਚੰਗੀ ਹੈ। ਹਿਊਮਿਡਿਟੀ ਦੇ ਕਰਕੇ ਫਾਇਰ ਜਿਹੜੀ ਆ ਉਹ ਸਲੋ ਹੁੰਦੀ। ਹੁਣ ਇਹਦੇ 'ਚ ਆਪਣੇ ਕੋਲ ਗੱਲ ਕੀਤੀ ਹੈ ਕਿ ਟੈਂਪਰੇਚਰ ਕਿੱਦਾਂ ਕਿੱਦਾਂ ਫਾਇਰ ਵਧਾਉਂਦਾ ਵਾ, ਵਿੰਡ ਕਿੱਦਾਂ ਕਿੱਦਾਂ ਕਰਦੀ ਤੇ ਹਿਊਮਿਡਿਟੀ ਕਿੱਦਾਂ ਕਿੱਦਾਂ ਇਫੈਕਟ ਕਰਦੀ ਫਾਇਰ ਨੂੰ। ਸੋ ਆਪਣਾ ਆਨਸਰ ਬੇਸਿਕਲੀ ਕਲਾਈਮੇਟ ਕੰਡੀਸ਼ਨਸ ਹੋਣਾ ਚਾਹੀਦਾ। ਸਹੀ ਹੈ ਨਾ? ਹਾਂਜੀ ਸਰ। ਤੇ ਆਪਣਾ ਇਹਦਾ ਆਨਸਰ ਆ ਗਿਆ ਫਸਟ, ਤੇ ਆਪਣੇ ਕੋਲ ਸੀ ਦਾ ਆਨਸਰ ਆਪਣਾ ਆ ਗਿਆ ਨੰਬਰ 1। ਕੋਈ ਕਨਫਿਊਜ਼ਨ? ਨੈਕਸਟ ਵੇਖੋ, ਡੀ ਵੇਖੋ। ਤੁਹਾਨੂੰ ਥੋੜਾ ਲੱਗਦਾ ਪਿਆ ਹੋਊਗਾ ਕਿ ਇਹਨੂੰ ਪੜ੍ਹਨਾ ਡਿਫਿਕਲਟ ਆ, ਪਰ ਅੱਗੇ ਜਾ ਕੇ ਜਦੋਂ ਆਪਾਂ ਅਗਲੇ ਕੁਐਸਚਨਸ ਕਰਨੇ ਨਾ, ਐਂਡ ਤੱਕ ਤੇ ਪਹੁੰਚ ਵੀ ਗਏ ਆਪਾਂ। ਡੀ ਤੇ ਈ ਤੇ ਆ ਗਏ ਆਪਾਂ, ਅੱਗੇ ਕੁਐਸਚਨ ਸ਼ੁਰੂ ਕਰ ਦਿੰਦੇ ਆ ਤੇ ਦੇਖਿਓ ਤੁਹਾਨੂੰ ਆਨਸਰਸ ਇੰਨੀ ਜਲਦੀ ਤੁਸੀਂ ਸਪੀਡ 'ਚ ਜ਼ਿੰਦਗੀ 'ਚ ਆਨਸਰ ਨਹੀਂ ਲੱਭੇ ਹੋਣੇ। ਤੁਸੀਂ ਕਹੋਗੇ ਓ ਮਾਈ ਗॉड ਵਾਟ ਅ ਸਪੀਚ। ਧਿਆਨ ਦੇ। ਫਿਰ ਉਹਨੂੰ ਕਰ ਬ੍ਰੇਕ ਡਾਊਨ ਕਰ ਲਓ ਸੈਂਟੈਂਸਸ। ਬ੍ਰੇਕ ਡਾਊਨ ਕਰ ਲਿਆ ਆਪਾਂ ਇਹਨੂੰ। ਦੇਖੋ ਦੇਖੋ ਫਿਰ ਉਹੀ ਗੱਲ ਪੜ੍ਹਦੇ ਆਪਾਂ। ਟੋਪੋਗ੍ਰਾਫੀ ਕੈਨ ਆਲਸੋ ਹਿਊਜਲੀ ਇਨਫਲੂਐਂਸ ਵਾਈਲਡ ਫਾਇਰ। ਹੁਣ ਆਪਾਂ ਨੂੰ ਪਤਾ ਵਾ ਟੋਪੋਗ੍ਰਾਫੀ ਕੀ ਹੁੰਦੀ ਹੈ? ਮੈਨੂੰ ਤਾਂ ਨਹੀਂ ਪਤਾ। ਹੁੰਦੀ ਹੈ ਕੁਝ ਟੋਪੋਗ੍ਰਾਫੀ ਵੀ ਫਾਇਰ ਨੂੰ ਇਨਫਲੂਐਂਸ ਕਰਦੀ ਹੈ, ਮੈਨੂੰ ਨਹੀਂ ਪਤਾ ਕੀ ਹੁੰਦੀ ਆ, ਵੇਖ ਲਾਂ ਕੀ ਹੁੰਦੀ। ਇਨ ਕੰਟਰਾਸਟ ਟੂ ਫਿਊਲ ਐਂਡ ਵੈਦਰ, ਟੋਪੋਗ੍ਰਾਫੀ ਹਾਰਡਲੀ ਚੇਂਜਸ ਓਵਰ ਟਾਈਮ ਐਂਡ ਕੈਨ ਹੈਲਪ ਟੂ ਹੈਂਪਰ ਦ ਸਪਰੈਡ ਆਫ ਫਾਇਰ। ਕਹਿੰਦੇ ਟੋਪੋਗ੍ਰਾਫੀ ਬਦਲਦੀ ਨਹੀਂ ਆ, ਇਹ ਚੇਂਜ ਨਹੀਂ ਹੁੰਦੀ, ਠੀਕ ਆ, ਤੇ ਇਹ ਫਾਇਰ ਦੀ ਸਪਰੈਡ ਨੂੰ ਰੋਕ ਸਕਦੀ ਹੈ, ਹੈਂਪਰ ਕਰਦੀ ਹੈ, ਸਪਰੈਡ ਨੂੰ ਸਟਾਪ ਕਰ ਸਕਦੀ ਹੈ। The principal topographic factor related to fire life is slope। ਕਹਿੰਦੇ ਸਭ ਤੋਂ ਵੱਡਾ ਟੋਪੋਗ੍ਰਾਫਿਕ ਫੈਕਟਰ ਹੈ slope। ਟੋਪੋਗ੍ਰਾਫੀ ਮੇਬੀ ਜਿਓਗ੍ਰਾਫੀ ਵਗੈਰਾ ਹੋ ਜਾਊਗਾ। ਕਹਿੰਦੇ ਐਜ਼ ਅ ਰੂਲ ਫਾਇਰ ਜਿਹੜੇ ਆ ਉਹ ਅਪਹਿਲ ਤੇਜ਼ ਜਾਂਦੇ, ਫਾਇਰ ਉੱਪਰ ਨੂੰ ਛੇਤੀ ਵੱਧਦੀ ਆ ਤੇ ਡਾਊਨਹਿਲ ਜਾਂ ਸਲੋਪ ਜਿਹੜੀ ਉਹ ਸਲੋ ਵੱਧਦੀ। ਸਹੀ ਆ? ਇਹ ਆਪਾਂ ਨੂੰ ਪਤਾ ਵਾ। This is because fire move in the same direction as the wind
which generally blows up ਇਸ ਕਰਕੇ ਕਿਉਂਕਿ ਹਵਾ ਵੀ ਉੱਪਰ ਚੱਲਦੀ ਹੈ। moreover the fire can preheat fuel further uphill as smoke and heat rise in the direction। ਕਹਿੰਦੇ ਫਾਇਰ ਜਿਹੜੀ ਉਹ ਪ੍ਰੀਹੀਟ ਕਰ ਦਿੰਦੀ ਹੈ ਫਿਊਲ ਨੂੰ ਕਿਉਂਕਿ ਸਮੋਕ ਵੀ ਉੱਧਰ ਹੀ ਜਾਂਦੀ। on the other hand when the fire reaches the top of the hill it has to struggle to come back down। ਪਰ ਵਾਪਸ ਆਉਣ ਲੱਗਿਆ ਫਾਇਰ ਨੂੰ ਪੈਂਦੀ ਆ ਮੌਤ। ਬੈਕ ਡਾਊਨ ਆਉਣ ਲੱਗਿਆ ਬਈ ਨਹੀਂ 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 ਨੇਰੀਆਂ ਪੈਂਦੀਆਂ ਫਾਇਰ। ਬੇਸਿਕਲੀ ਮੈਂ ਕਿਹਾ ਟੋਪੋਗ੍ਰਾਫੀ ਵੀ ਫਾਇਰ ਨੂੰ ਅਫੈਕਟ ਕਰਦੀ। ਕਲੀਅਰ ਆ ਜੀ। ਇਹ ਕਦੀ ਬਦਲਦੀ ਨਹੀਂ ਹੈ ਤੇ ਇਹ ਸਪਰੈਡ ਨੂੰ ਰੋਕ ਸਕਦੀ ਹੈ। ਜਿਵੇਂ ਕਿ ਢਲਾਨ ਆ ਜੇ ਫਾਇਰ ਉੱਪਰ ਨੂੰ ਤੇਜ਼ ਜਾਂਦੀ ਹੈ ਥੱਲੇ ਹੋ ਜਾਂਦੀ ਹੈ। ਜੇ ਉੱਪਰ ਨੂੰ ਹੋਵੇ ਕੋਈ ਚੀਜ਼ ਤੇ ਫਾਇਰ ਪ੍ਰੀਹੀਟ ਕਰ ਦਿੰਦੀ ਹੈ ਸਮੋਕ ਵਗੈਰਾ ਦੀ ਬੰਦਾ ਪਰ ਵਾਪਸ ਆਣ ਗਿਆ ਫਾਇਰ ਨੂੰ ਪ੍ਰੋਬਲਮ ਆਉਂਦੀ ਹੈ। ਬੇਸਿਕਲੀ ਆਪਣੇ ਕੋਲ ਸਲੋਪ ਦੀ ਇਹੋ ਜਿਹੀ ਕੋਈ ਗੱਲ ਕੀਤੀ ਕਿ ਫਾਇਰ ਨੂੰ ਰੋਕਦੇ ਆਪਾਂ। ਠੀਕ ਆ ਸੋਲੂਸ਼ਨ ਫਰੋਮ ਦੀ 에ਅਰ ਹੋ ਸਕਦਾ ਆਨਸਰ ਨਹੀਂ ਸਰ ਬੈਟਲਿੰਗ ਦ ਬਲੇਜ਼ ਹੋ ਸਕਦਾ। ਇਹ ਹੋ ਸਕਦਾ ਸਰ ਚਲੋ ਇਹਨੂੰ ਆਪਾਂ ਲਗਾ ਲੈਂਦੇ ਕਿ ਇਹ ਹੋ ਸਕਦਾ। ਲਾਈ ਆਫ ਦ ਲੈਂਡ ਵੀ ਤੇ ਹੋ ਸਕਦਾ। ਨਹੀਂ ਜ਼ਮੀਨ ਦੀ ਗੱਲ ਵੀ ਤੇ ਕੀਤੀ ਉਹਨਾਂ ਨੇ। ਹਾਂਜੀ ਸਰ ਸਹੀ ਆ ਰੇਨ ਦ ਨੈਚੁਰਲ ਸੇਵੀਅਰ ਤੇ ਫਾਇਰਸ ਐਂਡ ਟਰੀਜ਼। ਸੋ ਜਾਂ ਤੇ ਆਨਸਰ 4 ਹੋਊਗਾ ਜਾਂ ਤੇ ਆਨਸਰ 5 ਹੋਊਗਾ। ਤੁਸੀਂ ਦੱਸੋ ਜ਼ਿਆਦਾ ਰੈਲੇਵੈਂਟ ਕਿਹੜਾ ਲੱਗਦਾ ਪਿਆ ਵਾ ਬੈਟਲਿੰਗ ਦ ਬਲੇਜ਼ ਫਾਇਰ ਦੇ ਨਾਲ ਲੜਨਾ ਕਿ ਲਾਈ ਆਫ ਦ ਲੈਂਡ। The lie of the land ਆਨਸਰ ਆਪਾਂ ਲਗਾ ਦਾਂਗੇ ਫਿਰ ਬੀ। ਹੋ ਸਕਦਾ ਵਾ ਕਿ ਇੱਥੇ ਲਾਏ ਦਾ ਮਤਲਬ ਉਹਨਾਂ ਨੇ ਕੁਝ ਹੋਰ ਰੱਖਿਆ ਹੋਵੇ ਜਿਵੇਂ ਕਿ ਉਹਦੀ ਲੇਆਊਟ ਕਿਵੇਂ ਹੁੰਦਾ ਸ਼ਾਇਦ। ਪਰ ਆਪਾਂ ਨੂੰ ਪਤਾ ਵਾ ਕਿ ਹੋਰ ਤੇ ਕੋਈ ਨਹੀਂ ਹੈਗਾ ਆ ਲੈਂਡ ਵਾਲਾ ਹੀ ਸਹੀ ਲੱਗਦਾ ਪਿਆ ਕਿਉਂਕਿ ਸਲੋਪ ਦੀ ਅਪਹਿਲ ਦੀ ਗੱਲ ਕੀਤੀ ਤੇ ਆਨਸਰ ਆਪਣਾ ਇਹਦਾ ਸਰ ਜਿਹੜੀ ਬਲੇਜ਼ ਦੀ ਗੱਲ ਉੱਥੇ ਕੀਤੀ ਹੋਈ ਸੀ ਨਾ ਸਰ ਬਲੇਜ਼ ਬਲੇਜ਼ ਸਰ ਪੂਰੇ ਪੈਸੇ ਦੀ ਗੱਲ ਕੀਤੀ ਸਰ ਉਹਤੇ ਫਾਇਰ ਆ ਪਰ ਉਹਦੇ ਨਾਲ ਲੜਨ ਦੀ ਗੱਲ ਕੀਤੀ ਹੈ। ਬਲੇਜ਼ ਤਾਂ ਲਿਖਿਆ ਹੋਇਆ ਸੀ ਨਾ ਸਰ ਪੈਰਾਗ੍ਰਾਫ 'ਚ। ਸਰ ਬਲੇਜ਼ ਤੇ ਹਰ ਪੂਰੇ ਪੈਸੇ 'ਚ ਲਿਖਿਆ ਜਨਾਬ ਬਲੇਜ਼ ਦਾ ਮਤਲਬ ਹੀ ਅੱਗ ਆ। ਠੀਕ ਆ ਆਪ ਉਹਦੇ ਪਹਿਲੇ 'ਚ ਵੀ ਬਲੇਜ਼ਸ ਆਪਾਂ ਸਿਰਫ ਬਲੇਜ਼ ਨਹੀਂ ਲੱਭਣਾ ਆਪਾਂ ਇਹ ਵੀ ਲੱਭਣਾ ਵਾ ਕਿ ਬੈਟਲ ਦਾ ਬਲੇਜ਼ ਹੈਗਾ ਕਿ ਨਹੀਂ। ਠੀਕ ਹੈ ਜੀ ਆਨਸਰ ਹੋ ਗਿਆ 5 ਤੇ ਲਾਸਟ ਪੈਰਾਗ੍ਰਾਫ ਆਪਣੇ ਹੋ ਗਿਆ ਸ਼ੁਕਰ ਹੈ ਪਰਮਾਤਮਾ ਦਾ ਖਤਮ ਹੋਣ ਲੱਗੀਆਂ ਆਪਣੀਆਂ ਹੈਡਿੰਗਸ। ਸੱਚੇ ਪਾਤਸ਼ਾਹ ਦੇਖੋ ਫਿਰ ਉਹੀ ਗੱਲ ਬ੍ਰੇਕ ਡਾਊਨ। ਇਹ ਤਾਂ ਮਤਲਬ ਤੁਸੀਂ ਕੋਈ ਕਵੇ ਨਾ ਕਿ ਰੀਡਿੰਗ ਕਰਨੀ ਹੋ ਤੁਸੀਂ ਪਹਿਲਾਂ ਹੀ ਬੋਲਣਾ ਬ੍ਰੇਕ ਡਾਊਨ। ਠੀਕ ਹੈ ਪਹਿਲਾਂ ਹੀ ਤੁਹਾਡੇ ਮਨ ਚ ਆਣਾ ਚਾਹੀਦਾ ਕਿ ਮੈਂ ਕੀ ਕਰਨਾ ਮਤਲਬ ਆਫਕੋਰਸ ਤੁਸੀਂ ਪਹਿਲਾਂ ਨਹੀਂ ਕਰਨਾ ਇਹ ਚੀਜ਼ ਪਰ ਹਰ ਫੁੱਲ ਸਟਾਪ ਤੋਂ ਬਾਅਦ ਤੁਸੀਂ ਰੁਕਣਾ ਵਾ ਇੱਕ ਹਮੇਸ਼ਾ। ਇਹਦੇ ਨਾਲ ਤੁਹਾਨੂੰ ਰੀਡਿੰਗ ਕਰਨ ਦੇ ਨਾਲ ਨਾ ਇੱਕ ਤਰੀਕਾ ਮਿਲੂਗਾ ਰੀਡਿੰਗ ਕਰਨ ਦਾ। ਆਪਾਂ ਰੀਡਿੰਗ ਕਿਵੇਂ ਕਰਦੇ ਆ ਆਪਾਂ ਕ੍ਰੇਜ਼ੀ ਪੀਪਲ ਵਾਂਗੂ ਰੀਡਿੰਗ ਕਰਦੇ ਆ ਕਿ ਕਰਕੇ ਪੜ੍ਹਦੇ ਨੇ ਤੇ ਪੱਲੇ ਆਪਣੇ ਕੁਝ ਨਹੀਂ ਪੈਂਦਾ। ਇਦਾਂ ਹੀ ਹੁੰਦਾ ਨਾ ਜਿਵੇਂ ਬੇਸਿਕਲੀ ਆਪਾਂ ਰੀਡਿੰਗ ਕਰਦੇ ਜਿਵੇਂ ਆਪਾਂ ਪਾਠ ਕਰਦੇ ਹਾਂ ਨਾਲ ਨਾਲ ਆਪਾਂ ਪਾਠ ਕਰਦੇ ਨੇ ਨਾਲ ਨਾਲ ਆਪਣੇ ਦਿਮਾਗ ਚ ਹੁੰਦਾ ਵਾ ਕੰਮ ਤੇ ਵੀ ਜਾਣਾ ਵਾ ਥੋੜਾ ਲੇਟ ਹੁੰਦੇ ਆ ਕਿੰਨਾ ਰਹਿ ਗਿਆ ਹੁੰਦਾ ਨਾ ਇਦਾਂ। ਹਾਂਜੀ ਬਸ ਉਹੀ ਚੀਜ਼ ਤੁਸੀਂ ਰੀਡਿੰਗ ਨਾ ਕਰਦੇ ਜੇ। ਪਰ ਗੱਲ ਇਹ ਨਾ ਕਿ ਜਦੋਂ ਆਪਾਂ ਪਾਠ ਕਰਦੇ ਹਾਂ ਉਦੋਂ ਰੱਬ 40 ਚੋਂ ਨੰਬਰ ਨਹੀਂ ਨਾ ਦੇਣ ਦਿਆ ਹੁੰਦਾ ਆਪਾਂ ਪੰਗਾ ਤੇ ਇਹੀ ਹੈ ਉਹ ਬਾਅਦ ਚ ਦੇਣਾ ਪੈਣਾ ਆਪਾਂ ਦੇਖਾਂ ਵਾਪਸ ਆਨੇ। ਫਿਰ ਉਹੀ ਗੱਲ ਬ੍ਰੇਕ ਡਾਊਨ ਕਰ ਲਓ। ਬ੍ਰੇਕ ਡਾਊਨ ਕਰਨਾ ਤੁਹਾਡਾ ਸਭ ਤੋਂ ਵੱਡਾ ਟੂਲ ਜੇ। ਠੀਕ ਆ ਸਭ ਤੋਂ ਵੱਡੀ ਟਿਪ ਆ ਤੋੜ ਲੈਣਾ ਸੈਂਟੈਂਸਿਸ ਚ। ਠੀਕ ਆ ਭਰਾਵਾ ਪਤਾ ਸਾਨੂੰ ਫਾਇਰ ਦਾ ਮਤਲਬ ਜ਼ਿਆਦਾ ਐਡਵਾਂਸ ਲੈਪਟਾਪ ਨਹੀਂ ਹੋਣਾ ਚਾਹੀਦਾ। ਦੇਖੋ ਮੈਂ ਤਾਂ ਨਹੀਂ ਹੈਗਾ ਧਿਆਨ ਦਿਓ ਫਿਰ ਪੜ੍ਹਦੇ ਤੋੜ ਲਓ ਸੈਂਟੈਂਸਿਸ ਨੂੰ। each year thousands of firefighters risk their life ਤੇ thousands of firefighters ਜਿਹੜੇ ਆ ਉਹ ਆਪਣੀ ਜ਼ਿੰਦਗੀ ਦਾ ਖਤਰਾ ਲੈਂਦੇ ਰਿਸਕ ਕਰਦੇ ਆਪਣੀ ਜ਼ਿੰਦਗੀ ਹਰ ਸਾਲ। elite firefighters come in two categories ਕਹਿੰਦੇ ਦੋ ਕੈਟਾਗਰੀਜ਼ ਹੁੰਦੀਆਂ ਵਾ ਫਾਇਰ ਫਾਈਟਰਸ ਦੀਆਂ। ਇੱਕ ਕੈਟਾਗਰੀ ਹੁੰਦੀ ਆ ਹੌਟ ਸ਼ਾਟ ਇੱਕ ਹੁੰਦੀ ਹੈ ਸਮੋਕ ਜੰਪਰਸ। operating in 20 man units the key task of hot shot is to construct fire breaks around fire। ਕਹਿੰਦੇ ਜਿਹੜੇ ਹੌਟ ਸ਼ਾਟਸ ਵਾ ਉਹ ਕੀ ਕਰਦੇ ਆ ਫਾਇਰ ਦੇ ਅਰਾਊਂਡ ਉਹਦੇ ਆਸ-ਪਾਸ ਫਾਇਰ ਬ੍ਰੇਕ ਪ੍ਰੋਡਿਊਸ ਕਰਦੇ। ਠੀਕ ਆ ਅ ਫਾਇਰ ਬ੍ਰੇਕ ਇਜ਼ ਅ ਸਟ੍ਰਿਪ ਆਫ ਲੈਂਡ ਪੋਟੈਂਸ਼ੀਅਲ ਫਿਊਲ ਰਿਮੂਵ ਮਤਲਬ ਆਸ-ਪਾਸ ਜਿਵੇਂ ਅੱਗ ਤੋਂ ਫਿਊਲ ਹਟਾਉਂਦੇ ਕਿ ਇੰਨੇ ਏਰੀਆ ਦੇ ਅੰਦਰ ਹੀ ਰਵੇ। ਠੀਕ ਆ ਫਾਇਰ ਬ੍ਰੇਕ ਕਰਦੇ ਐਜ਼ देयर ਨੇਮ ਸੁਜੈਸਟ ਸਮੋਕ ਜੰਪਰਸ ਜੰਪ ਆਊਟ ਆਫ ਦ 에ਅਰਕ੍ਰਾਫਟ ਟੂ ਰੀਚ ਸਮਾਲਰ ਫਾਇਰ ਸਿਚੁਏਟਡ ਇਨ ਇਨਐਕਸੈਸਿਬਲ ਏਰੀਆਜ਼। ਜਿਹੜੇ ਸਮੋਕ ਜੰਪਰਸ ਹੁੰਦੇ ਆ ਉਹ ਪਲੇਨ ਤੋਂ ਛਾਲ ਮਾਰਦੇ ਆ ਤੇ ਸਮਾਲ ਫਾਇਰ ਨੂੰ ਰੋਕਦੇ ਆ ਜਿਹੜੀਆਂ ਕਿ ਇਹੋ ਜਿਹੇ ਏਰੀਆ ਚੋਂ ਜਿੱਥੇ ਨਹੀਂ ਜਾਇਆ ਜਾ ਸਕਦਾ। the attempt to contain these smaller fires before they turn to big one। ਉਹ ਚਾਹੁੰਦੇ ਕਿ ਜਿਹੜੀ small fire ਵਾ ਉਹ big fire ਨਾ ਬਣੇ। ਠੀਕ ਹੈ as well as constructing fire breaks and putting water and fire retardant in fire firefighters also use backfires। ਕਹਿੰਦੇ ਇਹ backfires ਦਾ ਇਸਤੇਮਾਲ ਵੀ ਕਰਦੇ ਆ। backfires are created by firefighters to burn towards the main fire। ਠੀਕ ਆ ਕਹਿੰਦੇ ਬੈਕਫਾਇਰ ਕੀ ਹੁੰਦੀ ਆ ਆਪੇ ਹੀ ਅੱਗ ਲਾ ਦਿੰਦੇ ਆ ਜਿਹੜੀ ਕਿ ਮੇਨ ਫਾਇਰ ਦੇ ਵੱਲ ਜਾਂਦੀ ਹੈ। ਬੈਕਫਾਇਰ ਸਾਰਾ ਫਿਊਲ ਖਾ ਲੈਂਦੀ ਹੈ ਤੇ ਮੇਨ ਫਾਇਰ ਤੋਂ ਫਿਊਲ ਨਹੀਂ ਬਚਦਾ।
ਫਾਇਰ ਫਾਈਟਰਸ ਔਨ ਦ ਗਰਾਊਂਡ ਆਲਸੋ ਰਿਸੀਵ ਐਕਸਟੈਂਸਿਵ ਸਪੋਰਟ ਫਰਮ ਦ 에ਅਰ, ਉਹਨਾਂ ਨੂੰ ਹਵਾ ਤੋਂ ਵੀ ਸਪੋਰਟ ਵਗੈਰਾ ਮਿਲਦਾ ਵਾ, ਠੀਕ ਆ। ਟੈਂਕਰ ਜਿਹੜੇ ਆ ਪਾਣੀ ਵਗੈਰਾ ਸੁੱਟਦੇ ਹੁੰਦੇ ਆ। ਡ੍ਰੌਪਡ ਫਰਮ ਪਲੇਨਸ ਐਂਡ ਹੈਲੀਕਾਪਟਰਸ, ਰਿਟਾਰਡੈਂਟ ਇਜ਼ ਅ ਰੈਡ ਕੈਮੀਕਲ ਕੰਟੇਨਿੰਗ ਫਾਸਫੇਟ ਫਰਟੀਲਾਈਜ਼ਰ ਸਲੋ ਡਾਊਨ, ਤੇ ਇੱਕ ਕੈਮੀਕਲ ਵੀ ਸੁੱਟਦੇ ਉਹ ਪਲੇਨਸ ਵਗੈਰਾ। ਹੁਣ ਬੇਸਿਕਲੀ ਕੀ ਆ ਗਿਆ ਆਪਣੇ ਕੋਲ, ਫਾਇਰ ਫਾਈਟਰਸ ਆਪਣੀ ਜ਼ਿੰਦਗੀ ਖਤਰੇ 'ਚ ਪਾਉਂਦੇ ਆ। ਦੋ ਕੈਟਾਗਰੀਜ਼ ਇਹਨਾਂ ਦੀਆਂ, ਹੌਟ ਸ਼ਾਟਸ ਫਾਇਰ ਬ੍ਰੇਕਸ ਪ੍ਰੋਡਿਊਸ ਕਰਦੇ ਆ, ਤੇ ਜਿਹੜੇ ਸਮੋਕ ਜੰਪਰਸ ਉਹ ਪਲੇਨ ਤੋਂ ਛਾਲ ਮਾਰ ਕੇ ਛੋਟੀਆਂ ਫਾਇਰਸ ਬੁਝਾਉਂਦੇ। ਛੋਟੀ ਫਾਇਰ ਨੂੰ ਬੁਝਾਇਆ ਜਾਂਦਾ ਤਾਂ ਕਿ ਉਹ ਵੱਡੀ ਨਾ ਹੋ ਜਾਵੇ। ਬੈਕ ਫਾਇਰ ਕ੍ਰੀਏਟ ਕੀਤੀ ਜਾਂਦੀ ਹੈ ਕਦੀ ਕਦੀ ਤਾਂ ਕਿ ਫਿਊਲ ਖਤਮ ਹੋ ਜਾਵੇ, ਤੇ 에ਅਰਪਲੇਨ ਤੋਂ ਵੀ ਸਪੋਰਟ ਮਿਲਦਾ, ਠੀਕ ਆ। ਤੇ ਕੈਮੀਕਲ ਵਗੈਰਾ ਵੀ ਉਹ ਸੁੱਟਦੇ 에ਅਰਪਲੇਨ ਤੋਂ ਤਾਂ ਕਿ ਫਾਇਰ ਖਤਮ ਕੀਤੀ ਜਾ ਸਕੇ। ਹੁਣ ਦੇਖੋ ਆਪਣਾ ਆਨਸਰ ਕੀ ਹੁੰਦਾ, ਪਹਿਲਾ ਆਨਸਰ ਦੇਖੋ, ਸੋਲੂਸ਼ਨਸ ਫਰਮ ਦੀ 에ਅਰ ਹੋ ਸਕਦਾ, Yes. ਸਕਦਾ ਸਰ, ਜੋ ਹਵਾ ਨੂੰ ਹੋ ਛੱਡਦੇ ਆ ਸਕਦਾ। ਸੋ ਪਹਿਲਾਂ ਆ ਲਾਈ ਆਫ ਦ ਲੈਂਡ ਤੇ ਨਹੀਂ ਹੋਗਾ, ਆ ਤਾਂ ਨਹੀਂ ਹੈਗਾ। ਰੇਨ ਦੀ ਗੱਲ ਤੇ ਨਹੀਂ ਕੀਤੀ ਇੱਥੇ, ਫਾਇਰਸ ਐਂਡ ਟਰੀਜ਼ ਦੀ ਗੱਲ ਵੀ ਨਹੀਂ ਕੀਤੀ। ਬੈਟਰੀ ਦਾ ਬਲੇਜ਼ ਵੀ ਤੇ ਹੋ ਸਕਦਾ ਵਾ, ਫਾਇਰ ਦੇ ਨਾਲ ਲੜਨਾ। ਹਾਂਜੀ ਸੋ ਆਨਸਰ ਕਿਹੜਾ ਹੋਣਾ ਚਾਹੀਦਾ, 2 ਕੇ 4? ਜਿਆਦਾ Four. ਸੁਟੇਬਲ ਕਿਹੜਾ ਸੋਚੋ, Sir, 4. ਕਿਹੜਾ ਹੋਣਾ ਚਾਹੀਦਾ ਵਾ? Sir, 4. ਆਨਸਰ ਹੋਣਾ ਚਾਹੀਦਾ 4। ਜਿਨ੍ਹਾਂ ਨੇ ਲਗਾਇਆ 2 ਗਲਤ। ਕਿਉਂ? ਕਿਉਂਕਿ ਆਪਾਂ ਵਰਡਸ ਨਹੀਂ ਮੈਚ ਕਰਨੇ, ਆਪਾਂ ਗੱਲ ਕਰਨੀ ਆ ਪੂਰੇ ਪੈਰਾਗ੍ਰਾਫ 'ਚ ਕੀ ਗੱਲ ਕੀਤੀ ਹੈ। ਤੇ ਵਿਚਾਰੇ ਫਾਇਰ ਫਾਈਟਰ ਦੀ ਜਾਨ ਖਤਰੇ 'ਚ ਹੁੰਦੀ ਹੈ, ਤੁਸੀਂ 에ਅਰਪਲੇਨ ਵੇਖ ਕੇ ਆਨਸਰ ਲਗਾਉਂਦੇ, ਤੁਹਾਨੂੰ ਸ਼ਰਮ ਨਹੀਂ ਆਈ? ਸਿਰਫ ਇੱਕ ਲਾਈਨ ਦੇ ਵਿੱਚ 에ਅਰ ਦੀ ਗੱਲ ਕੀਤੀ, ਤੇ ਪੂਰੇ ਪੈਰਾਗ੍ਰਾਫ ਦੇ ਵਿੱਚ ਫਾਇਰ ਨਾਲ ਲੜਨ ਦੇ ਅਲੱਗ-ਅਲੱਗ ਤਰੀਕੇ, ਬੈਕ ਫਾਇਰ ਦੱਸਿਆ ਵਾ ਉਹਨਾਂ ਨੇ, ਫਾਇਰ ਬ੍ਰੇਕ ਦੱਸੀਆਂ ਵਾ ਉਹਨਾਂ ਨੇ, ਆਹ ਸਮਾਲ ਫਾਇਰ ਦੱਸੀਆਂ ਵਾ, ਕੈਮੀਕਲ ਤੇ ਸਭ ਕਿਤੇ ਫਾਇਰ ਰੋਕਣ ਦੀ ਗੱਲ ਤੇ ਕੀਤੀ। ਹਾਂਜੀ ਸਰ। ਸਹੀ ਹੈ, ਆਨਸਰ ਹੋਗਾ ਹਾਂਜੀ। 4।